ਸਾਰਾਗੜ੍ਹੀ ਦੀ ਲੜਾਈ। ਸਾਰਾਗੜ੍ਹੀ ਦੀ ਲੜਾਈ ਦੁਨੀਆ ਦੇ ਇਤਿਹਾਸ ਦਾ ਉਹ ਪੰਨਾ ਹੈ ਜੋ ਬੇਮਿਸਾਲ ਬਹਾਦਰੀ ਨਾਲ ਲਿਖਿਆ ਗਿਆ ਹੈ। ਇਹ ਲੜਾਈ ਇਸ ਕਰਕੇ ਹੋਰ ਲੜਾਈਆਂ ਨਾਲੋਂ ਵੱਖਰੀ ਤੇ ਅਨੋਖੀ ਹੈ ਕਿ ਇਸ ਵਿੱਚ ਸਿਰਫ 21 ਸਿਪਾਹੀ 10,000 ਤੋਂ ਵੀ ਵੱਧ ਹਮਲਾਵਰਾਂ ਦੇ ਖਿਲਾਫ ਲੜੇ ਸਨ। ਇਹ ਇਸ ਕਰਕੇ ਵੀ ਖਾਸ ਹੈ ਕਿ ਉਹ 21 ਸਿਪਾਹੀ ਭਾਵੇਂ ਸਾਰੇ ਹੀ ਸ਼ਹੀਦ ਹੋ ਗਏ, ਫਿਰ ਵੀ ਉਹ ਲੜਾਈ ਜਿੱਤ ਗਏ। 10,000 ਹਮਲਾਵਰ ਸਾਰੇ ਦੇ ਸਾਰੇ ਸਿਪਾਹੀਆਂ ਨੂੰ ਮਾਰ ਕੇ ਵੀ ਹਾਰ ਗਏ, ਕਿਉਂਕਿ ਉਹ ਆਪਣੇ ਮਨਸੂਬੇ ਵਿੱਚ ਕਾਮਯਾਬ ਨਾ ਹੋ ਸਕੇ। ਇਸੇ ਕਰਕੇ ਇਸ ਲੜਾਈ ਨੂੰ ਦੁਨੀਆ ਦੀਆਂ 8 ਸਭ ਤੋਂ ਬਹਾਦਰੀ ਨਾਲ ਲੜੀਆਂ ਗਈਆਂ ਲੜਾਈਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ ਅੰਗਰੇਜ਼ ਫੌਜ ਦੇ 21 ਭਾਰਤੀ ਸਿਪਾਹੀਆਂ ਅਤੇ 10,000 ਤੋਂ ਵੀ ਵੱਧ ਅਫਗਾਨ ਹਮਲਾਵਰਾਂ ਵਿਚਾਲੇ ਹੋਈ। ਸਾਰਾਗੜ੍ਹੀ ਦਾ ਕਿਲਾ ਉਸ ਵੇਲੇ ਦੇ ਭਾਰਤ ਦੀ ਉੱਤਰ ਪੱਛਮੀ ਸਰਹੱਦ ਦੇ ਤਿਰਾ ਸੂਬੇ ਦੇ ਕੋਹਾਟ ਜ਼ਿਲ੍ਹੇ ਵਿੱਚ ਸਥਿਤ ਸੀ। ਭਾਰਤ ਦੀ ਇਹ ਸਰਹੱਦ ਅਫਗਾਨਿਸਤਾਨ ਨਾਲ ਲੱਗਦੀ ਸੀ। ਇਸ ਦੀ ਰਾਖੀ ਲਈ ਪਹਿਲਾਂ 2 ਕਿਲੇ ਸਨ, ਲੋਕਾਰਟ ਕਿਲਾ ਅਤੇ ਗੁਲਿਸਤਾਨ ਕਿਲਾ। ਦੋਹਾਂ ਵਿੱਚ ਦੀ ਦੂਰੀ 5.2 ਕਿਲੋਮੀਟਰ ਸੀ। ਇਹਨਾਂ ਦੇ ਵਿਚਕਾਰ ਸਾਰਾਗੜ੍ਹੀ ਦਾ ਕਿਲਾ ਉਸਾਰਿਆ ਗਿਆ ਤਾਂ ਕਿ ਇਹਨਾਂ ਵਿਚਕਾਰ ਸੰਪਰਕ ਕਾਇਮ ਕਰਨਾ ਸੌਖਾ ਹੋਵੇ। ਸਾਰਾਗੜ੍ਹੀ ਕਿਲੇ ਵਿੱਚ ਸਿਗਨਲ ਟਾਵਰ ਬਣਾਇਆ ਗਿਆ, ਜਿਸ ਵਿੱਚ ਹੀਲੀਓਗ੍ਰਾਫੀ ਰਾਹੀਂ ਸੁਨੇਹੇ ਭੇਜੇ ਜਾਂਦੇ ਤੇ ਪ੍ਰਾਪਤ ਕੀਤੇ ਜਾਂਦੇ ਸਨ। ਹੀਲੀਓਗ੍ਰਾਫੀ ਉਹ ਤਰੀਕਾ ਹੈ ਜਿਸ ਵਿੱਚ ਸੂਰਜ ਦੀ ਰੌਸ਼ਨੀ ਨੂੰ ਅਕਸੀ ਸ਼ੀਸ਼ੇ ਵਿੱਚੋਂ ਲੰਘਾ ਕੇ ਚਿੱਤਰ ਸੰਕੇਤ ਬਣਾਏ ਜਾਂਦੇ ਹਨ। ਫਿਰ ਉਹਨਾਂ ਚਿੱਤਰ ਸੰਕੇਤਾਂ ਨੂੰ ਸੁਨੇਹੇ ਦੇ ਰੂਪ ਵਿੱਚ ਪੜ੍ਹਿਆ ਜਾਂਦਾ ਹੈ। ਪਹਿਲਾਂ ਸੁਨੇਹੇ ਸੰਚਾਰ ਤਾਰਾਂ ਰਾਹੀਂ ਭੇਜੇ ਜਾਂਦੇ ਸਨ, ਪਰ ਉਸ ਇਲਾਕੇ ਦੇ ਕਬੀਲਿਆਂ ਦੇ ਲੋਕ ਤਾਰਾਂ ਕੱਟ ਦਿੰਦੇ ਸਨ, ਕਿਉਂਕਿ ਉਹ ਆਪਣੇ ਇਲਾਕੇ ਵਿੱਚ ਅੰਗਰੇਜ਼ੀ ਫੌਜ ਦਾ ਤੈਨਾਤ ਹੋਣਾ ਪਸੰਦ ਨਹੀਂ ਸਨ ਕਰਦੇ। ਇਸ ਕਰਕੇ ਹੀਲੀਓਗ੍ਰਾਫੀ ਤਰੀਕੇ ਦੀ ਵਰਤੋਂ ਕੀਤੀ ਜਾਣ ਲੱਗੀ ਸੀ। ਇਸ ਸਰਹੱਦੀ ਇਲਾਕੇ ਵਿੱਚ ਅਫਰੀਦੀ, ਔਰਕਜ਼ਈ, ਸ਼ਿਨਵਰੀ ਤੇ ਕੁਝ ਹੋਰ ਨਿੱਕੇ-ਨਿੱਕੇ ਕਬੀਲਿਆਂ ਦੇ ਲੋਕ ਰਹਿੰਦੇ ਸਨ। ਉਹਨਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਕਬੂਲ ਨਹੀਂ ਸੀ। ਇਸ ਕਰਕੇ ਉਹ ਲੁਕ ਛਿਪ ਕੇ ਅੰਗਰੇਜ਼ੀ ਫੌਜ ਉੱਤੇ ਹਮਲੇ ਕਰਦੇ ਰਹਿੰਦੇ ਸਨ। ਉਹਨਾਂ ਨਾਲ ਨਜਿੱਠਣ ਲਈ ਅੰਗਰੇਜ਼ ਸਰਕਾਰ ਨੇ ਆਪਣੀ ਫੌਜ ਦੀ 36 ਸਿੱਖ ਰੈਜੀਮੈਂਟ ਦੇ ਬਹਾਦਰ ਸਿੱਖ ਸਿਪਾਹੀ ਉੱਥੇ ਭੇਜੇ। ਉਹਨਾਂ ਵਿੱਚੋਂ ਕੁਝ ਸਿਪਾਹੀ ਲੋਕਾਰਟ ਕਿਲੇ ਅਤੇ ਗੁਲਿਸਤਾਨ ਕਿਲੇ ਵਿੱਚ ਤੈਨਾਤ ਕੀਤੇ ਗਏ। ਕੁਝ ਆਸ-ਪਾਸ ਦੀਆਂ ਫੌਜੀ ਚੌਂਕੀਆਂ ਵਿੱਚ ਭੇਜੇ ਗਏ ਅਤੇ 21 ਸਿਪਾਹੀ ਸਾਰਾਗੜ੍ਹੀ ਦੇ ਕਿਲੇ ਵਿੱਚ ਬਿਠਾਏ ਗਏ। ਉੱਥੇ ਖੁਦਾਦਾਦ ਨਾਂ ਦਾ ਰਸੋਈਆ ਵੀ ਰੱਖਿਆ ਗਿਆ। ਇਹਨਾਂ ਫੌਜੀਆਂ ਵਿੱਚੋਂ ਹਵਲਦਾਰ ਈਸ਼ਰ ਸਿੰਘ ਨੂੰ ਸਾਰਾਗੜ੍ਹੀ ਕਿਲੇ ਦੀ ਕਮਾਨ ਸੌਂਪੀ ਗਈ। ਸਾਲ 1897 ਦੇ ਅਗਸਤ ਤੇ ਸਤੰਬਰ ਮਹੀਨਿਆਂ ਵਿੱਚ ਕਬਾਇਲੀਆਂ ਨੇ ਗੁਲਿਸਤਾਨ ਕਿਲੇ ਉੱਤੇ ਕਬਜ਼ਾ ਕਰਨ ਲਈ ਕਈ ਹਮਲੇ ਕੀਤੇ, ਪਰ ਕਾਮਯਾਬ ਨਾ ਹੋਏ। ਫਿਰ ਉਹਨਾਂ ਨੇ ਯੋਜਨਾ ਬਣਾਈ ਕਿ ਪਹਿਲਾਂ ਸਾਰਾਗੜ੍ਹੀ ਕਿਲੇ ਉੱਤੇ ਹਮਲਾ ਕਰਕੇ ਉੱਥੇ ਬੈਠੇ ਥੋੜ੍ਹੇ ਜਿਹੇ ਫੌਜੀਆਂ ਨੂੰ ਹਰਾ ਦਿੱਤਾ ਜਾਵੇ ਅਤੇ ਕਿਲੇ ਉੱਤੇ ਕਬਜ਼ਾ ਕਰ ਲਿਆ ਜਾਵੇ। ਇਸ ਨਾਲ ਲੋਕਾਰਟ ਤੇ ਗੁਲਿਸਤਾਨ ਕਿਲਿਆਂ ਦਾ ਆਪਸੀ ਸੰਪਰਕ ਟੁੱਟ ਜਾਏਗਾ। ਫਿਰ ਉਹਨਾਂ ਦੋਹਾਂ ਕਿਲਿਆਂ ਨੂੰ ਜਿੱਤਣਾ ਸੌਖਾ ਹੋ ਜਾਵੇਗਾ। ਇਹ ਯੋਜਨਾ ਬਣਾ ਕੇ 12 ਸਤੰਬਰ 1897 ਨੂੰ 10,000 ਤੋਂ ਵੀ ਵੱਧ ਅਫਗਾਨ ਕਬਾਇਲੀਆਂ ਨੇ ਗੁਲ ਬਾਦਸ਼ਾਹ ਦੀ ਕਮਾਨ ਹੇਠ ਸਾਰਾਗੜ੍ਹੀ ਨੂੰ ਘੇਰਾ ਪਾ ਲਿਆ। ਉਹਨਾਂ ਵਿੱਚ ਕੁਝ ਘੋੜਸਵਾਰ ਤੇ ਬਾਕੀ ਪੈਦਲ ਸਨ। ਉਹਨਾਂ ਕੋਲ ਰਾਈਫਲਾਂ, ਗੋਲੇ, ਤਲਵਾਰਾਂ, ਨੇਜ਼ੇ ਆਦਿ ਹਥਿਆਰ ਸਨ। ਉਹਨਾਂ ਨੂੰ ਦੇਖ ਕੇ ਸਾਰਾਗੜ੍ਹੀ ਕਿਲੇ ਤੋਂ ਸਿਗਨਲਮੈਨ ਗੁਰਮੁਖ ਸਿੰਘ ਉਮਰ 19 ਸਾਲ ਨੇ ਇਸ ਬਾਰੇ ਲੋਕਾਰਟ ਕਿਲੇ ਵਿੱਚ ਸੁਨੇਹਾ ਭੇਜਿਆ ਅਤੇ ਮਦਦ ਦੀ ਮੰਗ ਕੀਤੀ। ਲੋਕਾਰਟ ਕਿਲੇ ਤੋਂ ਕਰਨਲ ਜੌਨ ਹੌਟਨ ਨੇ ਵਾਪਸ ਸੁਨੇਹਾ ਭੇਜਿਆ, ਤੁਰੰਤ ਮਦਦ ਭੇਜਣੀ ਮੁਸ਼ਕਿਲ ਹੈ, ਤੁਸੀਂ ਡਟੇ ਰਹੋ ਤੇ ਮੁਕਾਬਲਾ ਕਰੋ। ਸਾਰਾਗੜ੍ਹੀ ਦੇ 21 ਫੌਜੀ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਹਮਲਾਵਰਾਂ ਦਾ ਮੁਕਾਬਲਾ ਕਰਨ ਲਈ ਡਟ ਗਏ। ਈਸ਼ਰ ਸਿੰਘ ਨੇ ਗੋਲੀ ਦਾਗ ਕੇ ਲੜਾਈ ਦਾ ਐਲਾਨ ਕਰ ਦਿੱਤਾ। ਕਬਾਇਲੀਆਂ ਨੇ ਆਪਣੇ ਇੱਕ ਦੂਤ ਨੂੰ ਚਿੱਟਾ ਝੰਡਾ ਫੜ ਕੇ ਸਿੱਖ ਸਿਪਾਹੀਆਂ ਵੱਲ ਇਹ ਸੁਨੇਹਾ ਦੇਣ ਵਾਸਤੇ ਭੇਜਿਆ, ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ, ਸਾਡੀ ਲੜਾਈ ਅੰਗਰੇਜ਼ ਸਰਕਾਰ ਨਾਲ ਹੈ। ਤੁਸੀਂ ਬਹੁਤ ਥੋੜ੍ਹੇ ਹੋ, ਐਵੇਂ ਮਾਰੇ ਜਾਓਗੇ, ਹਥਿਆਰ ਸੁੱਟ ਦਿਓ, ਅਸੀਂ ਤੁਹਾਨੂੰ ਸੁਰੱਖਿਅਤ ਬਾਹਰ ਨਿਕਲਣ ਦਾ ਰਾਹ ਦੇ ਦਿਆਂਗੇ। ਇਸ ਦਾ ਜਵਾਬ ਹਵਲਦਾਰ ਈਸ਼ਰ ਸਿੰਘ ਨੇ ਇਸ ਤਰ੍ਹਾਂ ਦਿੱਤਾ, ਇਹ ਅੰਗਰੇਜ਼ ਸਰਕਾਰ ਦੀ ਨਹੀਂ, ਸਾਡੀ ਅਣਖ ਦਾ ਸਵਾਲ ਹੈ। ਅਸੀਂ ਆਪਣੀ ਅਣਖ ਦੀ ਖਾਤਰ ਲੜਾਂਗੇ ਅਤੇ ਆਖਰੀ ਸਾਹ ਤੱਕ ਇਸ ਜ਼ਮੀਨ ਦੀ ਰਾਖੀ ਕਰਾਂਗੇ। ਇਸ ਤੋਂ ਮਗਰੋਂ ਦੁਨੀਆ ਦੀ ਸਭ ਤੋਂ ਬੇਮੇਚ ਲੜਾਈ ਸ਼ੁਰੂ ਹੋ ਗਈ। ਸਿੱਖ ਫੌਜੀਆਂ ਕੋਲ ਜਿਹੜੀਆਂ ਰਾਈਫਲਾਂ ਸਨ, ਉਹਨਾਂ ਵਿੱਚ ਇੱਕ ਵੇਲੇ ਇੱਕੋ ਗੋਲੀ ਪੈਂਦੀ ਸੀ। ਉਹ ਗੋਲੀ ਚਲਾ ਦੇਣ ਮਗਰੋਂ ਅਗਲੀ ਗੋਲੀ ਪਾਈ ਜਾਂਦੀ ਸੀ।
ਇਹ ਰਾਈਫਲਾਂ ਬਹੁਤੀ ਦੂਰ ਤੱਕ ਮਾਰ ਵੀ ਨਹੀਂ ਸਨ ਕਰਦੀਆਂ। ਫਿਰ ਵੀ ਬਹਾਦਰ ਸਿੱਖ ਫੌਜੀਆਂ ਨੇ ਪਹਿਲੇ 1 ਘੰਟੇ ਵਿੱਚ 60 ਹਮਲਾਵਰਾਂ ਨੂੰ ਮਾਰ ਦਿੱਤਾ। ਇੱਕ ਸਿਪਾਹੀ ਭਗਵਾਨ ਸਿੰਘ ਸ਼ਹੀਦ ਹੋਇਆ ਤੇ ਨਾਇਕ ਲਾਲ ਸਿੰਘ ਜ਼ਖਮੀ ਹੋ ਗਿਆ। ਗੁੱਸੇ ਵਿੱਚ ਆਏ ਹਮਲਾਵਰਾਂ ਨੇ ਕਿਲੇ ਦੇ ਆਸ-ਪਾਸ ਉੱਗੇ ਹੋਏ ਸੁੱਕੇ ਘਾਹ ਤੇ ਸਰਕੰਡਿਆਂ ਨੂੰ ਅੱਗ ਲਾ ਦਿੱਤੀ। ਹਵਾ ਦਾ ਰੁਖ ਕਿਲੇ ਵੱਲ ਸੀ, ਜਿਸ ਕਰਕੇ ਅੱਗ ਛੇਤੀ ਹੀ ਕਿਲੇ ਵੱਲ ਵੱਧ ਗਈ। ਧੂਏਂ ਦੀ ਊਟ ਲੈ ਕੇ ਹਮਲਾਵਰ ਕਿਲੇ ਦੇ ਕਾਫੀ ਨੇੜੇ ਪਹੁੰਚ ਗਏ। ਉਹਨਾਂ ਨੂੰ ਅੱਗੇ ਵਧਣੋਂ ਰੋਕਦੇ ਹੋਏ ਸਿਪਾਹੀ ਬੂਟਾ ਸਿੰਘ ਤੇ ਸੁੰਦਰ ਸਿੰਘ ਸ਼ਹੀਦ ਹੋ ਗਏ। ਇਸ ਦੌਰਾਨ ਕੁਝ ਹਮਲਾਵਰ ਲੁਕ ਛਿਪ ਕੇ ਕਿਲੇ ਦੀ ਸੱਜੀ ਕੰਧ ਦੇ ਲੁਕਵੇਂ ਮੋੜ ਵਾਲੀ ਨੁੱਕਰ ਤੱਕ ਪਹੁੰਚ ਗਏ। ਉਹਨਾਂ ਨੇ ਕੰਧ ਦੀ ਨੀਂਹ ਵਿੱਚ ਚਿਣੇ ਹੋਏ ਪੱਥਰ ਪੁੱਟਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਉਹਨਾਂ ਨੇ ਕੰਧ ਵਿੱਚ 7 ਫੁੱਟ ਦਾ ਪਾੜ ਪਾ ਲਿਆ, ਜਿੱਥੋਂ ਉਹ ਕਿਲੇ ਦੇ ਅੰਦਰ ਜਾ ਵੜੇ। ਦੂਜੇ ਪਾਸੇ ਬਹੁਤ ਸਾਰੇ ਹਮਲਾਵਰਾਂ ਨੇ ਰਲ ਕੇ ਕਿਲੇ ਦਾ ਲੱਕੜ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਇਹ ਨਾ ਟੁੱਟਿਆ ਤਾਂ ਉਹਨਾਂ ਇਸ ਨੂੰ ਅੱਗ ਲਾ ਦਿੱਤੀ। ਲੱਕੜ ਦਾ ਹੋਣ ਕਰਕੇ ਦਰਵਾਜ਼ਾ ਸੜ ਗਿਆ ਤਾਂ ਉਹ ਕਿਲੇ ਦੇ ਅੰਦਰ ਵੜਨ ਲੱਗੇ। ਉਹਨਾਂ ਨੂੰ ਰੋਕਦੇ ਹੋਰ ਵੀ ਕਈ ਸਿੱਖ ਫੌਜੀ ਸ਼ਹੀਦ ਹੋ ਗਏ। ਬਚੇ ਹੋਏ ਫੌਜੀਆਂ ਕੋਲ ਵੀ ਗੋਲੀ ਸਿੱਕਾ ਮੁੱਕ ਗਿਆ, ਪਰ ਉਹਨਾਂ ਨੇ ਰਾਈਫਲਾਂ ਦੀਆਂ ਸੰਗੀਨਾਂ ਅਤੇ ਤਲਵਾਰਾਂ ਨਾਲ ਲੜਾਈ ਜਾਰੀ ਰੱਖੀ। ਕਿਲੇ ਦੀ ਤੋੜੀ ਗਈ ਕੰਧ ਦੇ ਪੱਥਰਾਂ ਨਾਲ ਵੀ ਉਹਨਾਂ ਨੇ ਕਈ ਦੁਸ਼ਮਣ ਢੇਰ ਕਰ ਦਿੱਤੇ। ਇਸ ਤਰ੍ਹਾਂ ਇਹਨਾਂ ਬਹਾਦਰ ਸਿਪਾਹੀਆਂ ਨੇ 6.5 ਘੰਟਿਆਂ ਤੱਕ ਹਮਲਾਵਰਾਂ ਦੀ ਪੇਸ਼ ਨਾ ਜਾਣ ਦਿੱਤੀ। ਰਸੋਈਆ ਖੁਦਾਦਾਦ ਪਹਿਲਾਂ ਜ਼ਖਮੀ ਸਿਪਾਹੀਆਂ ਨੂੰ ਪਾਣੀ ਪਿਲਾਉਂਦਾ ਸੀ, ਪਰ ਬਹੁਤੇ ਸਿਪਾਹੀਆਂ ਦੇ ਸ਼ਹੀਦ ਹੋ ਜਾਣ ਮਗਰੋਂ ਉਹ ਵੀ ਬੜੀ ਬਹਾਦਰੀ ਨਾਲ ਲੜਿਆ। ਸਿਗਨਲਮੈਨ ਗੁਰਮੁਖ ਸਿੰਘ ਦਾ ਕੰਮ ਭਾਵੇਂ ਸਿਰਫ ਸੁਨੇਹਾ ਭੇਜਣਾ ਸੀ, ਪਰ ਉਹ ਵੀ ਰਾਈਫਲ ਫੜ ਕੇ ਲੜਨ ਲੱਗਾ ਤੇ 20 ਦੇ ਕਰੀਬ ਦੁਸ਼ਮਣਾਂ ਨੂੰ ਮਾਰ ਮੁਕਾਇਆ। ਅਖੀਰ ਦੁਸ਼ਮਣਾਂ ਨੇ ਉਸ ਨੂੰ ਸਿਗਨਲ ਟਾਵਰ ਦੇ ਅੰਦਰ ਬੰਦ ਕਰਕੇ ਟਾਵਰ ਨੂੰ ਅੱਗ ਲਾ ਦਿੱਤੀ। ਇਸ ਲੜਾਈ ਵਿੱਚ 21 ਸਿੱਖ ਸਿਪਾਹੀਆਂ ਦੇ ਸ਼ਹੀਦ ਹੋਣ ਤੱਕ ਸ਼ਾਮ ਢਲ ਚੁੱਕੀ ਸੀ। ਹਮਲਾਵਰਾਂ ਦੀ ਫੌਜ ਦਾ ਵੱਡਾ ਜਾਨੀ ਨੁਕਸਾਨ ਹੋਇਆ ਸੀ। ਅੰਗਰੇਜ਼ਾਂ ਅਨੁਸਾਰ 450 ਅਫਗਾਨੀ ਹਮਲਾਵਰ ਮਾਰੇ ਗਏ ਸਨ। ਗਿਣਤੀ ਨਾਲੋਂ ਵੀ ਵੱਧ ਕੇ ਮਹੱਤਵਪੂਰਨ ਗੱਲ ਇਹ ਸੀ ਕਿ 21 ਸਿੱਖ ਸਿਪਾਹੀਆਂ ਨੇ ਕਿੰਨੀ ਬਹਾਦਰੀ ਨਾਲ 10,000 ਤੋਂ ਵੀ ਵੱਧ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਹਨੇਰਾ ਹੋਣ ਤੱਕ ਗੁਲਿਸਤਾਨ ਕਿਲੇ ਵੱਲ ਵਧਣ ਤੋਂ ਰੋਕੀ ਰੱਖਿਆ। ਅਗਲੇ ਦਿਨ ਅੰਗਰੇਜ਼ ਫੌਜ ਦੇ ਹੋਰ ਸਿਪਾਹੀਆਂ ਨੇ ਉੱਥੇ ਪਹੁੰਚ ਕੇ ਹਮਲਾਵਰਾਂ ਨੂੰ ਉੱਥੋਂ ਖਦੇੜ ਦਿੱਤਾ। ਇਸ ਤਰ੍ਹਾਂ ਉਹਨਾਂ ਦੇ ਸਾਰੇ ਮਨਸੂਬੇ ਧਰੇ ਦੇ ਧਰੇ ਰਹਿ ਗਏ। ਸਾਰਾਗੜ੍ਹੀ ਦੀ ਇਸ ਲੜਾਈ 'ਚ 36 ਸਿੱਖ ਰੈਜੀਮੈਂਟ ਦੇ 21 ਸਿਪਾਹੀਆਂ ਵੱਲੋਂ ਦਿਖਾਈ ਗਈ ਬਹਾਦਰੀ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ। ਇਸ ਲੜਾਈ ਦੀ ਖਬਰ ਜਦੋਂ ਇੰਗਲੈਂਡ ਪਹੁੰਚੀ, ਉਦੋਂ ਉੱਥੇ ਪਾਰਲੀਮੈਂਟ ਦਾ ਇਜਲਾਸ ਚੱਲ ਰਿਹਾ ਸੀ। ਸਾਰੇ ਮੈਂਬਰਾਂ ਨੇ ਖੜੇ ਹੋ ਕੇ ਇਹਨਾਂ ਵੀਰ ਸਿਪਾਹੀਆਂ ਨੂੰ ਸਲਾਮੀ ਦਿੱਤੀ ਅਤੇ ਇਹਨਾਂ ਬਾਰੇ ਟਿੱਪਣੀ ਕਰਦੇ ਹੋਏ ਕਿਹਾ, ਸਾਰੇ ਬ੍ਰਿਟਨ ਨੂੰ 36 ਸਿੱਖ ਰੈਜੀਮੈਂਟ ਦੇ ਇਹਨਾਂ ਭਾਰਤੀ ਸਿਪਾਹੀਆਂ ਉੱਤੇ ਮਾਣ ਹੈ। ਇਹ ਕਹਿਣ 'ਚ ਕੋਈ ਅਤਕਥਨੀ ਨਹੀਂ ਹੈ ਕਿ ਜਿਸ ਫੌਜ ਵਿੱਚ ਸਿੱਖ ਸਿਪਾਹੀ ਲੜ ਰਹੇ ਹੋਣ, ਉਸ ਨੂੰ ਕੋਈ ਵੀ ਹਰਾ ਨਹੀਂ ਸਕਦਾ। ਇਹ ਟਿੱਪਣੀ 11 ਫਰਵਰੀ 1898 ਦੇ ਲੰਡਨ ਗਜ਼ਟ ਦੇ ਪੰਨਾ 863 ਉੱਤੇ ਛਪੀ ਮਿਲਦੀ ਹੈ। ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੇ ਇਹਨਾਂ 21 ਬਹਾਦਰ ਫੌਜੀਆਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਦੇ ਮੈਡਲ ਦਿੱਤੇ। ਇਹ ਉਸ ਸਮੇਂ ਦੇ ਸਭ ਤੋਂ ਵੱਡੇ ਬਹਾਦਰੀ ਮੈਡਲ ਸਨ, ਜੋ ਜਿਉਂਦੇ ਅੰਗਰੇਜ਼ ਫੌਜੀਆਂ ਨੂੰ ਮਿਲਣ ਵਾਲੇ ਵਿਕਟੋਰੀਆ ਕ੍ਰਾਸ ਦੇ ਬਰਾਬਰ ਸਨ। ਅੱਜ ਦੇ ਭਾਰਤ ਵਿੱਚ ਦਿੱਤਾ ਜਾਣ ਵਾਲਾ ਪਰਮਵੀਰ ਚੱਕਰ ਇਸ ਦੇ ਬਰਾਬਰ ਦਾ ਮੈਡਲ ਹੈ। ਅੰਗਰੇਜ਼ ਸਰਕਾਰ ਨੇ ਇਹਨਾਂ 21 ਫੌਜੀਆਂ ਦੇ ਪਰਿਵਾਰਾਂ ਨੂੰ 500 ਪਾਉਂਡ ਤੇ 2 ਮੁਰੱਬੇ ਜ਼ਮੀਨ ਵੀ ਦਿੱਤੀ। ਇਹਨਾਂ ਬਹਾਦਰ ਫੌਜੀਆਂ ਦੀ ਯਾਦ ਵਿੱਚ ਸ਼ਿਲਾ ਲੇਖ ਵੀ ਤਿਆਰ ਕਰਾਇਆ, ਜਿਸ ਵਿੱਚ ਇਹਨਾਂ ਦੇ ਨਾਂ ਉਕਰੇ ਹੋਏ ਸਨ। ਸਾਰਾਗੜ੍ਹੀ ਕਿਲੇ 'ਚ 30 ਫੁੱਟ ਉੱਚਾ ਬੁਰਜ ਉਸਾਰ ਕੇ ਅਤੇ ਲੋਕਾਟ ਕਿਲੇ ਵਿੱਚ ਇੱਕ ਮੀਨਾਰ ਬਣਵਾ ਕੇ ਇਹਨਾਂ ਫੌਜੀਆਂ ਦੀ ਬਹਾਦਰੀ ਦੀ ਯਾਦਗਾਰ ਕਾਇਮ ਕੀਤੀ ਗਈ। ਇੰਗਲੈਂਡ ਵਿੱਚ ਅੱਜ ਵੀ 12 ਸਤੰਬਰ ਦਾ ਦਿਨ ਸਾਰਾਗੜ੍ਹੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਲੜਾਈ ਦਾ ਇਤਿਹਾਸ ਵੀ ਉੱਥੋਂ ਦੇ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਿਲ ਹੈ। ਪੰਜਾਬ ਵਿੱਚ ਵੀ 36 ਸਿੱਖ ਰੈਜੀਮੈਂਟ ਦੇ ਇਹਨਾਂ 21 ਸਿਪਾਹੀਆਂ ਦੀ ਬੇਮਿਸਾਲ ਬਹਾਦਰੀ ਤੇ ਸ਼ਹਾਦਤ ਦੀ ਯਾਦ ਵਿੱਚ 2 ਗੁਰਦੁਆਰੇ ਬਣੇ ਹੋਏ ਹਨ। ਇੱਕ ਗੁਰਦੁਆਰਾ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸਥਿਤ ਹੈ। ਦੂਜਾ ਗੁਰਦੁਆਰਾ ਫਿਰੋਜ਼ਪੁਰ ਛਾਉਣੀ ਵਿੱਚ ਹੈ, ਜਿੱਥੇ ਹਰ ਸਾਲ 12 ਸਤੰਬਰ ਨੂੰ ਸਰਕਾਰੀ ਤੌਰ ਤੇ ਸਾਰਾਗੜ੍ਹੀ ਦਿਵਸ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਸਾਰਾਗੜ੍ਹੀ ਦੀ ਲੜਾਈ ਨੂੰ ਸਿੱਖ ਕੌਮ ਦੀ ਵੀਰਤਾ, ਅਣਖ, ਨਿਡਰਤਾ ਅਤੇ ਕੁਰਬਾਨੀ ਦੀ ਭਾਵਨਾ ਦੇ ਇਤਿਹਾਸਕ ਪ੍ਰਮਾਣ ਵਜੋਂ ਯਾਦ ਕੀਤਾ